ਨਮਸਕਾਰ, ਸਤਿ ਸ਼੍ਰੀ ਅਕਾਲ। ਜਾਗੋ ਪੰਜਾਬੀ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਵਿਦੇਸ਼ੀ ਮਹਿਮਾਨਾਂ ਦੇ ਆਉਣ ਜਾਣ ਨਾਲ ਦੇਸ਼ ਦੀ ਆਰਥਿਕ ਸਥਿਤੀ ਨੂੰ ਵੀ ਫਾਇਦਾ ਮਿਲਦਾ ਹੈ। ਅਸੀਂ ਵਿਦੇਸ਼ੀਆਂ ਸੈਲਾਨੀਆਂ ਨਾਲ ਚੰਗਾ ਸਲੂਕ ਕਰਾਂਗੇ ਤਾਂ ਦੇਸ਼ ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਰੋਸ਼ਨ ਹੋਵੇਗਾ। ਪਰ ਕਈ ਸਮਾਜ ਵਿਰੋਧੀ ਅੰਸਰ ਵਿਦੇਸ਼ੀ ਮਹਿਮਾਨਾਂ ਨਾਲ ਠੱਗੀ ਤੇ ਬਦ ਸਲੂਕੀ ਕਰਕੇ ਦੇਸ਼ ਦਾ ਨਾਮ ਬਦਨਾਮ ਕਰ ਰਹੇ ਨੇ। ਲੇਕਿਨ ਚੰਡੀਗੜ੍ਹ ਵਿੱਚ ਅਜਿਹੀ ਹਸਤੀ ਹੈ ਜੋ ਪਿਛਲੇ 50 ਸਾਲਾਂ ਤੋਂ ਬਤੌਰ ਟੂਰਿਜ਼ਮ ਪ੍ਰਮੋਟਰ ਵਜੋਂ ਕੰਮ ਕਰ ਰਹੇ ਨੇ। ਇਹਨਾਂ ਨੂੰ ਤੁਸੀਂ ਜ਼ਰੂਰ ਕਿਤੇ ਨਾ ਕਿਤੇ ਵਿਦੇਸ਼ੀ ਸੈਲਾਨੀਆਂ ਨਾਲ ਘੁੰਮਦੇ ਵੇਖਿਆ ਹੋਣਾ ਹੈ। ਇਹ ਨਰਿੰਦਰ ਸਿੰਘ ਇੰਟਰਨੈਸ਼ਨਲ ਕਰਕੇ ਵੀ ਜਾਣੇ ਜਾਂਦੇ ਨੇ ਤੇ ਇਹ ਕਈ ਹੋਰ ਵੀ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਨੇ। ਪੰਜਾਬੀ ਭਾਸ਼ਾ ਦਾ ਮਸਲਾ ਵੀ ਸਮੇਂ ਸਿਰ ਉਠਾਉਂਦੇ ਰਹਿੰਦੇ ਨੇ। ਅਸੀਂ ਇਹਨਾਂ ਨਾਲ ਦਿਲ ਦੀਆਂ ਗੱਲਾਂ ਕਰਾਂਗੇ। ਨਰਿੰਦਰ ਸਿੰਘ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਡੇ ਖਾਸ ਸ਼ੋਅ ਵਿੱਚ। ਲਗਭਗ 50 ਸਾਲ ਹੋ ਗਏ। ਇਹ ਚੇਟਕ ਆ, ਸ਼ੌਕ ਹੈ ਤੇ ਜਾਂ ਤੁਸੀਂ ਆਪਣਾ ਫਰਜ਼ ਸਮਝਦੇ ਜੇ? ਇਹ ਸ਼ੌਕ ਵੀ ਹੈ, ਚੇਟਕ ਵੀ ਹੈ ਤੇ ਇਹ ਸਾਡੇ ਪ੍ਰਧਾਨ ਮੰਤਰੀ, ਪਿਛਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਤੇ ਮਿਸਿਸ ਇੰਦਰਾ ਗਾਂਧੀ ਨੇ ਇਹ ਕਿਹਾ ਸੀ, ਲੈਟ ਅਸ ਗਿਵ ਐਵਰੀ ਟੂਰਿਸਟ ਏ ਫਰੈਂਡ ਵੈਲਕਮ। ਮੈਂ ਪਿਛਲੇ 50 ਸਾਲਾਂ ਤੋਂ ਨਿਸ਼ਕਾਮ ਤੌਰ 'ਤੇ ਫਾਰਨ ਟੂਰਿਸਟ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦੀ ਮਦਦ ਕਰਦਾ, ਉਹਨਾਂ ਦੀ ਸਹਾਇਤਾ ਕਰ ਰਿਹਾ, ਉਹਨਾਂ ਨੂੰ ਚੰਗੀ ਜਗ੍ਹਾ ਲਿਜਾ ਰਿਹਾ, ਉਹਨਾਂ ਨੂੰ ਅੱਛੇ ਜਗ੍ਹਾ ਠਹਿਰਾਉਂਦਾ ਤਾਂ ਜੋ ਉਹ ਚੰਡੀਗੜ੍ਹ ਦਾ, ਭਾਰਤ ਦਾ ਨਾਂ ਅੱਛਾ ਸਮਝਣ ਔਰ ਅੱਛਾ ਪ੍ਰਭਾਵ ਲੈ ਕੇ ਜਾਣ। ਅੱਛਾ, ਲਗਭਗ 50 ਸਾਲ ਦਾ ਮਤਲਬ ਹੈ ਜਦੋਂ ਚੰਡੀਗੜ੍ਹ ਬਣਿਆ ਹੋਣਾ, ਪ੍ਰਤਾਪ ਸਿੰਘ ਕੈਰੋਂ ਨਾਲ ਤੁਸੀਂ ਕੰਮ ਕੀਤਾ, ਮਹਿੰਦਰ ਸਿੰਘ ਰੰਧਾਵਾ ਨਾਲ ਕੰਮ ਕੀਤਾ ਤੇ ਸੁਭਾਵਿਕ ਤੌਰ 'ਤੇ ਜਿਹੜੇ ਲੀ ਕਾਰਬੂਜੀਅਰ ਸਨ ਉਹਨਾਂ ਦਾ ਵੀ ਕੰਮ ਦੇਖਿਆ ਜੀ, ਜ਼ਰੂਰ ਦੇਖਿਆ ਜੀ। ਮੈਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੋ ਸਭ ਤੋਂ ਸਫਲ ਮੁੱਖ ਮੰਤਰੀ ਜਿਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ 'ਚ ਮਾਨ ਯੋਗਦਾਨ ਪਾਇਆ, ਚੰਗੇ ਐਡਮਿਨਿਸਟ੍ਰੇਟਰ ਸਨ, ਚੰਗੇ ਕੁਸ਼ਲ ਪ੍ਰਬੰਧਕ ਸਨ, ਚੰਗੇ ਗ੍ਰੇਟ ਵਿਜ਼ਨਰੀ ਸਨ, ਉਹਨਾਂ ਨਾਲ ਕੰਮ ਕੀਤਾ ਔਰ ਮੈਂ ਉਹਨਾਂ ਨਾਲ ਬਤੌਰ ਪੰਜਾਬੀ ਟਾਈਪਿਸਟ ਵੀ ਕੰਮ ਕਰਦਾ ਰਿਹਾ। ਇੱਕ ਵਾਰੀ ਅਮਰੀਕਾ ਤੋਂ ਇੱਕ ਗਰੁੱਪ ਟੂਰਿਸਟ ਦਾ ਆਇਆ, ਟੂਰਿਸਟ ਨਹੀਂ, ਉਹ ਅਮਰੀਕਨ ਪੀਸ ਕੋਰ ਵਲੰਟੀਅਰ ਸਨ। ਅੱਛਾ ਜੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਉਸ ਵੇਲੇ ਆਪਣੇ ਘਰ ਵਿੱਚ ਹੀ ਸਨ, ਜਦੋਂ ਮਿਲ ਰਹੇ ਸਨ ਉਹਨਾਂ ਨੂੰ, ਕੋਠੀ ਸਨ, ਤਾਂ ਉਹਨਾਂ ਨੇ ਪੁੱਛਿਆ ਕੋਈ ਦਫ਼ਤਰ 'ਚ ਹੈ? ਉਸ ਵੇਲੇ ਮੈਂ ਕਿਹਾ ਜੀ ਮੈਂ ਅਗਰ ਹਾਜ਼ਰ ਆ ਗਿਆ ਜੀ। ਉਹ ਕਹਿੰਦੇ ਫਿਰ ਜਾ ਕਾਕਾ ਤੂੰ ਇਹਨਾਂ ਸਾਰਾ ਚੰਡੀਗੜ੍ਹ ਵਿਖਾ ਕੇ ਲਿਆ। ਮੈਂ ਉਸ ਵਕਤ ਚੰਡੀਗੜ੍ਹ 'ਚ ਰਾਕ ਗਾਰਡਨ 'ਤੇ ਨਹੀਂ ਬਣਿਆ ਸੀ, ਝੀਲ ਸੀ, 22 ਸੈਕਟਰ ਦਾ ਗੁਰਦੁਆਰਾ ਸੀ, ਹੋਰ ਉਹਨਾਂ ਨੂੰ ਚੰਗੀਆਂ ਜਗ੍ਹਾ ਦਿਖਾਈਆਂ। ਉਹ ਸ਼ਾਮ ਨੂੰ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਮਿਲੇ ਤਾਂ ਉਹਨਾਂ ਨੇ ਰੱਜ ਕੇ ਮੇਰੇ ਬਾਰੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਕਿਹਾ। ਤਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਮੈਨੂੰ ਕਿਹਾ ਵੀ ਅੱਗੋਂ ਤੋਂ ਜੋ ਵੀ ਤੁਹਾਨੂੰ ਸੈਲਾਨੀ ਮਿਲੇ ਤੂੰ ਉਹਦੀ ਪੂਰੀ ਜ਼ਰੂਰ ਔਰ ਸਹਾਇਤਾ ਕਰਿਆ ਕਰ। ਔਰ ਉਸ ਵਕਤ ਮੈਂ ਦਫ਼ਤਰ ਟਾਈਮ ਤੋਂ ਬਾਅਦ ਛੁੱਟੀ ਵਾਲੇ ਦਿਨ ਆਪਣਾ ਇਹ ਸਮਾਂ ਉਹਨਾਂ ਨੂੰ ਮਦਦ ਕਰਨ 'ਤੇ ਪੂਰਾ ਕਰਦਾ ਰਿਹਾ। ਈਵਨ ਲੰਚ ਟਾਈਮ ਵਿੱਚ ਵੀ ਜੀ ਮੈਂ ਉਹਨਾਂ ਨੂੰ ਪੂਰੀ ਮਦਦ ਕਰਦਾ ਆ ਰਿਹਾ। ਔਰ ਕਈ ਵਾਰੀ ਮੈਂ ਵਿਦੇਸ਼ੀ ਸੈਲਾਨੀਆਂ ਨੂੰ ਆਪਣੀ ਜਾਨ ਖਤਰੇ 'ਚ ਪਾ ਕੇ ਵੀ ਬਚਾਇਆ। ਇੱਕ ਵਾਰੀ ਇਟਲੀ ਤੋਂ ਮਿਸ ਬਾਰਬਰਾ ਬਰਡੀਨੀ ਆਈ ਸੀ, ਉਹਨਾਂ ਨੂੰ ਰਕਸ਼ਿਆ ਵਾਲੇ ਨੇ ਉਹਨਾਂ ਨੇ ਪਿੱਛੇ ਪੈ ਗਏ। ਉਹਨਾਂ ਰਕਸ਼ਿਆਂ ਵਾਲੇ ਕੋਲ ਚਾਕੂ ਵੀ ਸਨ, ਕਈ ਉਸ ਕੁੜੀ ਨੂੰ ਟੱਚ ਵੀ ਕਰ ਰਹੇ ਸਨ। ਮੈਂ ਉਹਨਾਂ ਨੂੰ ਰਕਸ਼ੇ ਵਾਲਿਆਂ ਦੇ ਚੁੰਗਲ ਤੋਂ ਬਚਾਇਆ ਔਰ ਇਸ ਦੀ ਭਰਪੂਰ ਪ੍ਰਸ਼ੰਸਾ ਉਸ ਕੁੜੀ ਵੱਲੋਂ, ਉਹਨਾਂ ਦੀ ਅੰਬੈਸੀ ਵੱਲੋਂ ਔਰ ਉਸ ਵਕਤ ਦੀ ਜੋ ਮੰਤਰੀ ਸੀ ਮਿਸਿਸ ਮਾਰਗਰੇਟ ਅਲਵਾ ਜੋ ਹੁਣ ਇਸ ਵਕਤ ਰਾਜਸਥਾਨ ਦੇ ਰਾਜਪਾਲ ਹੈ, ਉਸ ਨੇ ਮੈਨੂੰ ਭਰਪੂਰ ਪ੍ਰਸ਼ੰਸਾ ਦੀ ਚਿੱਠੀ ਲਿਖੀ that you have saved this foreign tourist Miss Barbara Bardini at the risk of your own life and I heartily congratulate you। ਅੱਛਾ, ਵਾਹ। ਅੱਛਾ ਨਰਿੰਦਰ ਸਿੰਘ, ਜਿਸ ਤਰ੍ਹਾਂ ਤੁਸੀਂ ਇਹ ਜ਼ਿਕਰ ਕੀਤਾ ਹੈਗਾ ਕਿ 1992 ਦੀ ਮੇਰੇ ਨੇੜੇ ਤੇੜੇ ਗੱਲ ਹੈਗੀ ਜਦੋਂ ਸਾਡੇ ਇੱਥੇ ਕੋਈ ਰਕਸ਼ੇ ਵਾਲਾ ਨੇ ਸਾਡੇ ਵਿਦੇਸ਼ੀ ਜਿਹੜੇ ਪ੍ਰਾਹੁਣੇ ਹੈਗੇ ਸੀ ਉਹਨਾਂ ਨੇ ਬਦਤਮੀਜ਼ੀ ਕੀਤੀ ਹੈਗੀ। ਅੱਜ ਵੀ ਦੇਸ਼ ਦੇ ਕਿਤੇ ਨਾ ਕਿਤੇ ਕੋਨੇ ਵਿੱਚ ਜਿਹੜੇ ਵਿਦੇਸ਼ੀ ਸਾਡੇ ਸੈਲਾਨੀ ਆਉਂਦੇ ਨੇ, ਘੁੰਮਣ ਆਉਂਦੇ ਨੇ, ਭਾਰਤ ਵੇਖਣ ਆਉਂਦੇ ਨੇ ਕਿ ਭਾਰਤ ਕੀ ਚੀਜ਼ ਹੈ, ਕੀ ਇਸ ਭਾਰਤ ਵਿੱਚ ਕਿਹੋ ਜਿਹੇ ਸੱਭਿਆਚਾਰ ਨੇ, ਕਿਹੋ ਜਿਹੇ ਸੰਸਕਾਰ ਨੇ, ਕਿਹੋ ਜਿਹੇ ਇੱਥੇ ਹੈਰੀਟੇਜ ਆ, ਹਿਸਟੋਰੀਕਲ ਟੂਰਿਜ਼ਮ ਹੈਗਾ। ਦਿਲ ਤਾਂ ਉਦੋਂ ਦੁਖਦਾ ਹੈਗਾ, ਸਾਰਿਆਂ ਦਾ ਦਿਲ ਦੁਖਦਾ ਹੈਗਾ ਕਿ ਜਦੋਂ ਵਿਦੇਸ਼ੀ ਸੈਲਾਨੀ ਦੇ ਨਾਲ ਸਾਡੇ ਜਿਹੜੇ ਲੋਕ ਹੈਗੇ ਨੇ ਠੱਗੀ ਵੀ ਮਾਰਦੇ, ਬਦਸਲੂਕੀ ਵੀ ਕਰਦੇ ਤੇ ਰੇਪ ਵਰਗੀਆਂ ਘਟਨਾਵਾਂ ਵੀ ਬਾਹਰ ਆਈਆਂ ਹੈਗੀਆਂ ਨੇ। ਤੁਸੀਂ ਦਿਲੋਂ ਜੁੜੇ ਹੈਗੇ ਜੀ, ਕਿਵੇਂ
ਸ਼ਰਮ ਮਹਿਸੂਸ ਕਰਦੇ ਹੈਗੇ ਜਦੋਂ ਇਦਾਂ ਦੀ ਘਟਨਾ ਵਾਪਰਦੀ, ਪੂਰਾ ਦੇਸ਼ ਹੀ ਸ਼ਰਮ ਮਹਿਸੂਸ ਕਰਦਾ ਹੈ ਕਿ ਵਿਦੇਸ਼ੀ ਸੈਲਾਨੀਆਂ ਨਾਲ ਕੁਝ ਸਾਡੇ ਦੇਸ਼ ਵਿੱਚ ਵਾਪਰਿਆ ਗਿਆ। ਸਾਡੀ ਇਹ ਸੱਭਿਆਚਾਰ ਨਹੀਂ, ਸੰਸਕਾਰ ਨਹੀਂ ਹੈਗੇ, ਸੰਸਕ੍ਰਿਤ ਨਹੀਂ ਹੈਗੀ। ਫਿਰ ਵੀ ਤੁਸੀਂ ਕਿਵੇਂ ਇਸ ਘਟਨਾ ਨੂੰ ਲੈਂਦੇ? ਮੈਂ ਇਸ ਘਟਨਾ ਨੂੰ ਇਸ ਤਰ੍ਹਾਂ ਰੋਲ ਲੈਂਦਾ ਵੀ ਮੈਂ 17 ਸੈਕਟਰ ਬੱਸ ਅੱਡੇ 'ਤੇ ਵੀ ਜਾਂਦਾ ਰੋਜ਼। ਇਸ ਵੇਲੇ ਮੇਰੀ ਉਮਰ 78 ਸਾਲ ਦੀ ਹੈ, ਪਰ ਮੈਂ ਉਸ ਵੇਲੇ ਬੱਸ ਅੱਡੇ 'ਤੇ ਵੀ ਜਾਂਦਾ, ਸੈਕਟਰ 17 ਵੀ ਜਾਂਦਾ। ਉੱਥੇ ਜਦੋਂ ਵੀ ਵਿਦੇਸ਼ੀ ਸੈਲਾਨੀਆਂ ਨੂੰ ਕੋਈ ਮੰਗਤੇ ਪਿੱਛੇ ਪੈ ਜਾਂਦੇ, 17 ਸੈਕਟਰ ਵਿੱਚ ਮੰਗਤਿਆਂ ਦੀ ਇਸ ਵੇਲੇ ਪਲਟਨ ਦੀ ਪਲਟਨ ਆਈ ਹੋਈ ਹੈ। ਬਿਲਕੁਲ। ਔਰ ਉਹ ਮੰਗਤੇ ਉਹਨਾਂ ਦੇ ਪਿੱਛੇ ਉਹਨੂੰ ਹੱਥ ਅੜਦੇ ਨੇ, ਔਰ ਫਿਰ ਉਹਨਾਂ ਕੋਲ ਜ਼ਬਰਦਸਤੀ ਕਹਿੰਦੇ ਸਾਨੂੰ 100 ਰੁਪਏ ਨੋਟ ਦਿਓ, ਸਾਨੂੰ 10 ਰੁਪਏ ਨੋਟ ਦਿਓ। ਔਰ ਉਸ ਵਕਤ ਉੱਥੇ ਦੇ ਟੂਰਿਜ਼ਮ ਪੁਲਿਸ ਵੀ ਹੁੰਦੀ ਹੈ, ਉਹ ਕੋਈ ਉਹਨਾਂ ਨੂੰ ਮਨੇ ਨਹੀਂ ਕਰਦੇ। ਮੈਂ ਉਹਨਾਂ ਨੂੰ ਮੰਗਤਿਆਂ ਕੋਲ ਜਾ ਕੇ ਉਹਨਾਂ ਨੂੰ ਮੰਗਤਿਆਂ ਤੋਂ ਖਹਿੜੇ 'ਚ ਰੋਜ਼ ਛਡਾਉਂਦਾ। ਤਕਰੀਬਨ ਇਹ ਮੈਂ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ। ਔਰ ਫਿਰ ਮੈਂ ਉਹਨਾਂ ਟੂਰਿਸਟ ਨੂੰ ਚੰਡੀਗੜ੍ਹ ਬਾਰੇ ਬਰਾਊਚਰ, ਫਿਰ ਉਹਨਾਂ ਨੂੰ ਕਿਸੇ ਨੂੰ ਚੁੰਨੀ, ਕਿਸੇ ਨੂੰ ਫੁੱਲ ਦਾ ਹਾਰ ਪਾ ਕੇ ਪੂਰਾ ਸਵਾਗਤ ਕਰਦਾ, ਤਾਂ ਜੋ ਉਹ ਇਸ ਚੰਡੀਗੜ੍ਹ ਦਾ ਜਿਹੜਾ ਇਹ ਸੋਹਣਾ ਸ਼ਹਿਰ ਹੈ, ਇਹਦਾ ਜੋ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਔਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਅੰਤਕ ਮਿਹਨਤ ਕਰਕੇ ਇਹ ਹੋਂਦ 'ਚ ਆਇਆ, ਇਹਦੇ ਬਾਰੇ ਚੰਗਾ ਪ੍ਰਭਾਵ ਲੈ ਕੇ ਜਾਣ। ਔਰ ਫਿਰ ਮੈਂ ਉਹਨਾਂ ਨੂੰ ਦੱਸਦਾ ਵੀ ਇਸ ਸ਼ਹਿਰ ਵਿੱਚ ਸਾਡੇ ਨਾਮਵਰ ਹਸਤੀਆਂ ਰਹਿੰਦੀਆਂ ਨੇ, ਜਿਨ੍ਹਾਂ ਵਿੱਚ ਉੱਡਣਾ ਸਿੱਖ ਮਿਲਖਾ ਸਿੰਘ, ਬਿਲਕੁਲ ਜੀ, ਨੇਕ ਚੰਦ। ਮੈਂ ਉਹਨਾਂ ਨੂੰ ਉੱਡਣਾ ਸਿੱਖ ਮਿਲਖਾ ਸਿੰਘ ਨਾਲ ਵੀ ਮਿਲਾਉਂਦਾ, ਨੇਕ ਚੰਦ ਨਾਲ ਵੀ ਮਿਲਾਉਂਦਾ, ਤਾਂ ਜੋ ਇਹਨਾਂ ਹਸਤੀਆਂ ਨੂੰ ਮਿਲ ਕੇ ਉਹ ਇਸ ਸ਼ਹਿਰ ਦਾ ਔਰ ਭਾਰਤ ਦਾ ਚੰਗਾ ਪ੍ਰਭਾਵ ਲੈ ਕੇ ਜਾਣ। ਬਿਲਕੁਲ। ਅੱਛਾ, ਤੁਸੀਂ ਸਿਰਫ ਜਿਹੜੇ ਵਿਦੇਸ਼ੀ ਸੈਲਾਨੀ ਆਉਂਦੇ ਨੇ, ਜਿਹੜੇ ਫੋਰਨ ਸਾਡੇ ਟੂਰਿਸਟ ਹੈਗੇ ਨੇ, ਕਿ ਜਿਹੜੇ ਦੇਸ਼ ਦੇ ਹੋਰ ਕੋਨੇ 'ਚ ਵੀ ਜਿਹੜੇ ਲੋਕ ਉਹਨਾਂ ਨੂੰ ਵੀ ਚੰਡੀਗੜ੍ਹ ਬਾਰੇ ਉਹਨਾਂ ਨੂੰ ਵੀ ਮੈਂ ਚੰਡੀਗੜ੍ਹ ਬਾਰੇ ਦੱਸਦਾ। ਮੇਰੇ ਘਰ ਵਿੱਚ ਬਾਬਾ ਗੁਲਾਬ ਸਿੰਘ ਜੋ ਵੈਟਰਨ ਐਥਲੀਟ ਹੈ, ਹਾਂਜੀ, ਜਿਸ ਨੇ ਵੈਟਰਨ ਗੇਮਾਂ ਵਿੱਚ ਬਹੁਤ ਤਕਰੀਬਨ 16 ਮੈਡਲ ਜਿੱਤੇ ਨੇ, ਉਹ ਵੀ ਮੇਰੇ ਘਰ ਆ ਕੇ ਠਹਿਰਦਾ ਰਿਹਾ ਹੈ। ਹਰੀ ਚੰਦ ਹੈ ਜਿਹੜਾ ਏਸ਼ੀਅਨ ਗੇਮ ਗੋਲਡ ਮੈਡਲਿਸਟ, ਜਿਹਨੂੰ ਲੌਂਗ ਡਿਸਟੈਂਸ ਕਿੰਗ ਕਹਿੰਦੇ ਨੇ, ਉਹ ਵੀ ਮੇਰੇ ਘਰ ਆ ਕੇ ਠਹਿਰਦਾ ਰਿਹਾ ਹੈ। ਗੀਤਾ ਜੋਸ਼ੀ ਹੈ ਗੋਲਡਨ ਗਰਲ ਦੇ ਨਾਂ ਨਾਲ ਜਿਹਨੂੰ ਪੁਕਾਰਿਆ ਜਾਂਦਾ, ਜਿਹਨੇ ਕਿੰਨੇ ਗੋਲਡ ਮੈਡਲ, ਉਹ ਵੀ ਮੇਰੇ ਪਰਾਹੁਣਚਾਰੀ ਔਰ ਮੇਰਾ ਸਾਦਾ ਰਹਿਣੀ ਬਹਿਣੀ ਦੇਖ ਕੇ ਉਹ ਵੀ ਮੇਰੇ ਘਰ ਆ ਕੇ ਠਹਿਰਦੇ ਰਹੇ। ਨਾ ਸਿਰਫ ਵਿਦੇਸ਼ੀ ਸੈਲਾਨੀ, ਬਲਕਿ ਇਹ ਨਾਮਵਰ ਹਸਤੀਆਂ ਜਿਨ੍ਹਾਂ ਨੇ ਤੁਹਾਡੇ ਕੋਲ ਆਉਂਦੇ ਰਹਿੰਦੇ ਹੈਗੇ ਨੇ ਜੀ। ਅੱਛਾ, ਨਰਿੰਦਰ ਸਿੰਘ ਜੀ ਤੁਹਾਨੂੰ ਇੰਟਰਨੈਸ਼ਨਲ ਕਿਉਂ ਕਹਿੰਦੇ ਹੈਗੇ ਜੀ? ਇੰਟਰਨੈਸ਼ਨਲ ਇਸ ਵਾਸਤੇ ਕਹਿੰਦੇ ਨੇ, ਮੈਂ ਇੱਕ ਵਾਰੀ ਗਿਆਨੀ ਜ਼ੈਲ ਸਿੰਘ ਭਾਰਤ ਦੇ ਗ੍ਰਹਿ ਮੰਤਰੀ ਬਿਲਕੁਲ ਪੰਚਾਇਤ ਭਵਨ ਆਏ ਸਨ, ਅਤੇ ਉਸ ਫੰਕਸ਼ਨ 'ਚ ਮੈਂ ਵੀ ਗਿਆ ਸੀ। ਅੱਛਾ ਜੀ। ਵਕੀਲਾਂ ਵੱਲੋਂ ਉਹਨਾਂ ਦਾ ਸਨਮਾਨ ਹੋ ਰਿਹਾ ਸੀ, ਤਾਂ ਉਸ ਵੇਲੇ ਇੱਕ ਪੱਤਰਕਾਰ ਨੇ ਗਿਆਨੀ ਜੀ ਨੂੰ ਕਿਹਾ ਵੀ ਤੁਸੀਂ ਇਹਨੂੰ ਜਾਣਦੇ ਹੋ? ਉਹ ਗਿਆਨੀ ਜੀ ਨੇ ਅੱਗੋਂ ਕਹਿੰਦਾ ਵੀ ਇਸ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ, ਇਸ ਨੂੰ ਮਾਰਗਰੇਟ ਥੈਚਰ ਜੋ ਬ੍ਰਿਟਿਸ਼ ਦੀ ਪ੍ਰਾਈਮ ਮਿਨਿਸਟਰ 2 ਵਾਰ ਰਹੀ ਹੈ, ਉਹ ਵੀ ਜਾਣਦੀ ਹੈ, ਅਤੇ ਇਹਨੂੰ ਸਾਰੀ ਦੁਨੀਆ ਜਾਣਦੀ ਹੈ, ਅਤੇ ਮੈਂ ਕਿਸ ਤਰ੍ਹਾਂ ਇਹਨੂੰ ਜਾਣਦਾ? ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ। ਉਦੋਂ ਦੇ ਤੁਹਾਨੂੰ ਇੰਟਰਨੈਸ਼ਨਲ ਕਹਿੰਦੇ? ਉਦੋਂ ਉਹ ਸਾਰਿਆਂ ਅਖਬਾਰਾਂ ਵਾਲੇ ਦੇ ਸਾਹਮਣੇ ਕਿਹਾ, ਤਾਂ ਉਹ ਮੇਰਾ ਇੰਟਰਨੈਸ਼ਨਲ ਨਾਮ ਉਹਨਾਂ ਦਾ ਲਿਖਣਾ ਸ਼ੁਰੂ ਕਰ। ਅੱਛਾ, ਨਰਿੰਦਰ ਸਿੰਘ ਜੀ ਤੁਸੀਂ ਸਰਕਾਰੀ ਨੌਕਰੀ ਵੀ ਕੀਤੀ, ਅਤੇ ਐਜ਼ ਏ ਤੁਸੀਂ ਅੰਡਰ ਸੈਕਟਰੀ ਰਿਟਾਇਰ ਹੋਏ ਡਿਪਾਰਟਮੈਂਟ 'ਚੋਂ, ਸਰਕਾਰੀ ਨੌਕਰੀ ਕੀਤੀ, ਘਰ ਵੀ ਚਲਾਇਆ ਹੈਗਾ, ਵਿਦੇਸ਼ੀ ਸੈਲਾਨੀਆਂ ਨੂੰ ਵੀ ਪੂਰਾ ਟਾਈਮ ਦਿੱਤਾ, ਈਵਨ ਕਿ ਤੁਸੀਂ ਛੁੱਟੀ ਵਾਲੇ ਦਿਨ ਵੀ ਇਹਨਾਂ ਨੂੰ ਸਮਰਪਿਤ ਕੀਤਾ ਹੈਗਾ। ਘਰ ਵਾਲੇ ਤਾਂ ਕਿਤੇ ਨਾਰਾਜ਼ ਹੋਣਗੇ, ਖਾਸ ਕਰਕੇ ਜੀਵਨ ਸਾਥੀ ਨੇ, ਕਿ ਮੇਰੇ ਵਾਸਤੇ ਵੀ ਟਾਈਮ? ਨਹੀਂ, ਘਰ ਵਾਲੇ ਕੋਈ ਨਾਰਾਜ਼ ਨਹੀਂ। ਮੇਰੀ ਪਤਨੀ ਸੁਰਜੀਤ ਕੌਰ ਹੈ, ਉਹ ਸਾਡੇ ਘਰ ਕਈ ਫੋਰਨ ਟੂਰਿਸਟ ਆ ਕੇ ਠਹਿਰਦੇ ਰਹੇ ਨੇ। ਅੱਛਾ। ਉਹਨਾਂ ਨੂੰ ਬਕਾਇਦਾ ਉਹ ਖਾਣਾ ਪੀਣਾ ਜੋ ਅਸੀਂ ਸਾਦਾ ਰੋਟੀ ਜੋ ਸਾਡੀ ਹੋ ਸਕਦੀ ਹੈ, ਉਹਨਾਂ ਨੇ ਬੜੀ ਪਸੰਦ ਕੀਤੀ। ਕਈ ਵਾਰੀ ਮੇਰੇ ਘਰ ਕੈਨੇਡਾ ਤੋਂ ਇੱਕ ਲੜਕੀ ਆਈ, ਠਹਿਰੀ, ਮਹੀਨਾ ਠਹਿਰੀ ਹੈ। ਇਸ ਤਰ੍ਹਾਂ ਹਾਲੈਂਡ ਦੇ ਇੱਕ ਮਾਂ ਧੀ ਨੇ, ਉਹ ਕਈ ਵਾਰੀ ਠਹਿਰੇ ਨੇ। ਉਹ ਕੋਈ ਐਸੀ ਮਹਿਸੂਸ ਨਹੀਂ ਕਰਦੇ, ਬਲਕਿ ਮੇਰਾ ਲੜਕਾ ਆਪ ਉਹ ਜਰਮਨ ਜਾਣਦਾ, ਉਸਨੇ ਕਈਆਂ ਦੀ ਬਾਹਰਲੇ ਟੂਰਿਸਟ, ਸਵਿਟਜ਼ਰਲੈਂਡ ਦਾ ਇੱਕ ਫੋਟੋਗ੍ਰਾਫਰ ਹੈ, ਉਹਦੀ ਸੇਵਾ ਕੀਤੀ ਸੀ, ਉਹਨੂੰ ਸਾਰਾ ਦਿਖਾਉਂਦਾ ਰਿਹਾ। ਉਹ ਘਰ ਵਾਲੇ ਬਹੁਤ ਪ੍ਰਸੰਨ ਨੇ, ਮੇਰੀ ਲੜਕੀ ਵੀ ਹੈ। ਅੱਛਾ, ਪੂਰਾ ਸਹਿਯੋਗ ਹੈ ਤੁਹਾਨੂੰ? ਪੂਰੇ ਸਹਿਯੋਗ ਦਿੰਦੇ। ਅੱਛਾ, ਦੁਨੀਆ ਭਰ ਤੋਂ ਜਿਹੜੇ ਸਾਡੇ ਵਿਦੇਸ਼ੀ ਸੈਲਾਨੀ ਆਉਂਦੇ ਹੈਗੇ ਨੇ, ਤੁਸੀਂ ਤਾਂ ਫਿਰ ਜਿਹੜੀ ਲੈਂਗੁਏਜ ਕਾਫੀ ਸਿੱਖ ਲਈਆਂ ਹੋਣੀਆਂ ਜੀ? ਹਾਂ, ਕੋਈ ਥੋੜ੍ਹੇ ਲਫ਼ਜ਼ ਮੈਂ ਜਾਣਦਾ ਜੀ। ਕਿਹੜੀ ਲੈਂਗੁਏਜ ਹੈ? ਲੈਂਗੁਏਜ ਹੈ ਇਸ ਤਰ੍ਹਾਂ, ਇੱਕ ਸਵਿਮਿੰਗ ਪੂਲ ਨੂੰ ਪਿਸਿਨ, ਇੱਕ ਵਾਰੀ ਦੀ ਬੜੀ ਘਟਨਾ ਹੋਈ। ਹਾਂਜੀ 40 ਸਾਲ ਪਹਿਲਾਂ। ਅੱਛਾ ਜੀ। ਇੱਕ ਬਹੁਤ ਸਾਰੇ ਟੂਰਿਸਟ ਸਨ, ਫਰਾਂਸ ਤੋਂ ਆਏ। ਉਹ ਬਹੁਤ ਗਰਮੀ ਸੀ, ਉਹ ਫਰਾਂਸ ਤੋਂ ਟੂਰਿਸਟ ਜੋ ਆਏ ਸਨ, ਉਹ ਕਹਿੰਦੇ ਸਨ ਪਿਸਿਨ। ਅੱਛਾ। ਉਹ ਰਿਕਸ਼ਾ ਵਾਲਾ ਨਾ ਪਿਸਿਨ ਜਾਣ ਸਕੇ, ਨਾ ਹੋਰ ਕੋਈ ਹੈ। ਮੈਂ ਇੱਕ ਲੜਕੀ ਤੋਂ ਪੁੱਛਿਆ ਬਈ ਤੂੰ ਮੈਨੂੰ ਡਿਮੋਨਸਟ੍ਰੇਸ਼ਨ ਕਰਕੇ ਦੱਸ ਵੀ ਪਿਸਿਨ ਦਾ ਕੀ ਹੈਗਾ। ਜਦ ਉਹਨੇ ਇਸ ਤਰ੍ਹਾਂ ਕੀਤਾ, ਮੈਂ ਸਮਝ ਗਿਆ ਸਵਿਮਿੰਗ ਪੂਲ ਹੈ। ਉਸ ਵਕਤ ਮੈਂ ਚੰਡੀਗੜ੍ਹ, ਕਿਉਂਕਿ
ਬਿਲਕੁਲ ਸੈਕਟਰੀਏਟ ਦੇ ਨੇੜੇ ਸਨ ਬਿਲਕੁਲ ਤੇ ਉਸ ਚੰਡੀਗੜ੍ਹ ਕਲੱਬ ਵਿੱਚ ਸਵਿਮਿੰਗ ਪੂਲ ਸੀ। ਉਹ ਸਵਿਮਿੰਗ ਪੂਲ 'ਚ ਉਹੀ ਵਿਅਕਤੀ ਜਾ ਸਕਦੇ ਸਨ ਜੋ ਉਸ ਦੇ ਮੈਂਬਰ ਹੋਣ ਜਾਂ ਉਹ ਕਿਸੇ ਦਾ ਗੈਸਟ ਬਣ। ਬਿਲਕੁਲ ਉਸ ਵੇਲੇ ਮੇਰੇ ਮਾਨਯੋਗ ਪੁਰਾਣੇ 50 ਸਾਲਾਂ ਤੋਂ ਮੈਨੂੰ ਜਾਣਦੇ ਸਰ ਮਿਲਖਾ ਸਿੰਘ ਬੁੱਢਨਾ ਸਿੰਘ ਉਸ ਕਲੱਬ ਦੇ ਮੈਂਬਰ ਸਨ। ਫਿਰ ਮੈਂ ਜਾ ਕੇ ਮੈਨੇਜਰ ਨੂੰ ਕਿਹਾ ਬਈ ਇਹਨਾਂ ਨੂੰ ਸਵਿਮਿੰਗ ਕੀਤੀ ਜਾਏ ਔਰ ਇਹਨਾਂ ਨੂੰ ਅਲਾਓ ਕਰੋ, ਇਹਨਾਂ ਨੂੰ ਸਰ ਮਿਲਖਾ ਸਿੰਘ ਦਾ ਗੈਸਟ ਟ੍ਰੀਟ ਕਰੋ। ਉਹ ਸਾਰੇ ਸਵਿਮਿੰਗ ਪੂਲ ਹੋਇਆ। ਉਸ ਵਕਤ ਮੈਂ ਸਮਝ ਗਿਆ ਬਈ ਪਿਸੀਨ ਦਾ ਮਤਲਬ ਸਵਿਮਿੰਗ ਪੂਲ ਹੈ। ਅੱਛਾ, ਤੁਸੀਂ ਕੋਈ ਫ੍ਰੈਂਚ ਜਰਮਨ ਜਿੰਨੀਆਂ ਵੀ ਲੈਂਗੁਏਜ ਥੋੜੇ ਬਹੁਤੇ ਸਿੱਖ ਲਈਆਂ ਹੈਗੀਆਂ? ਥੋੜੇ ਬਹੁਤ ਸਿੱਖ ਲਏ। ਇਸੇ ਡੈਂਕਸ਼ਨ ਦਾ ਮਤਲਬ ਹੈ ਖੁਸ਼ਮਦੀਦ ਕਹਿਣਾ, ਔਰ ਇਹ ਜਿਹੇ ਲਫ਼ਜ਼ ਮੈਂ ਥੋੜ੍ਹੇ ਥੋੜ੍ਹੇ ਜਾਣਦਾ ਹਾਂ। ਅੱਛਾ, ਇਹ ਲਾਸਟ ਇੱਕ ਹੋਰ ਜੀ ਜੇ ਹਾਂਜੀ, ਜ਼ਿਆਦਾ ਤੁਸੀਂ ਗੋਰੀਆਂ ਦੇ ਨਾਲ ਘੁੰਮਦੇ ਦੇਖੇ ਜਾਂਦੇ ਹੈਗੇ ਜੀ? ਨਹੀਂ ਗੋਰੀਆਂ ਨਾਲ ਵੀ ਮੈਂ ਕਾਲਿਆਂ ਨਾਲ ਵੀ ਘੁੰਮਿਆ ਹੈਗਾ। ਅੱਛਾ ਕਾਲੇ ਜੋ ਕੀਨੀਆ ਤੋਂ ਜਾਂ ਨਾਈਜੀਰੀਆ ਤੋਂ ਆਉਂਦੇ ਨੇ ਉਹ ਵੀ ਮੇਰੇ ਨਾਲ ਕਈ ਜਾਂਦੇ ਨੇ, ਕਈਆਂ ਨਾਲ ਮੇਰੀ ਫੋਟੋ ਹੋਈ ਹੈ। ਤੇ ਗੋਰੀਆਂ ਤੋਂ ਲਾਓ ਕੇ ਦੂਜੇ ਕਾਲੇ ਬੜੇ ਅੱਛੇ ਦਿਲ ਦੇ ਹੁੰਦੇ ਨੇ। ਇਹ ਕੋਈ ਐਸੀ ਗੱਲ ਨਹੀਂ। ਚਲੋ ਸਾਡੇ ਜਿਹੜੇ ਮਹਿਮਾਨ ਨੇ, ਚਾਹੇ ਕੋਈ ਕਾਲਾ ਚਾਹੇ ਗੋਰਾ ਚਾਹੇ ਗੋਰੀ ਹੈ, ਕੋਈ ਨਹੀਂ। ਨਰਿੰਦਰ ਸਿੰਘ ਜੀ, ਜਿਹੜਾ ਫਿਰ ਤੁਹਾਡਾ ਜਿਹੜਾ ਸਫ਼ਰ ਆ ਰੋਜ਼ ਦਾ ਵਿਦੇਸ਼ੀ ਸੈਲਾਨੀਆਂ ਨੂੰ ਸਹੀ ਜਾਣਕਾਰੀ ਦੇਣੀ, ਘੁਮਾਉਣਾ ਫਿਰਾਉਣਾ, ਇਹ ਸਵੇਰ ਤੋਂ ਸ਼ੁਰੂ ਹੋ ਜਾਂਦਾ ਜੀ? ਸਵੇਰ ਤੱਕ ਸ਼ੁਰੂ ਹੋ ਕੇ ਰਾਤ ਦੇ 9 ਵਜੇ ਤੱਕ ਵੀ ਚੱਲਦਾ। ਇਹਦੇ ਨਾਲ ਮੇਰੀ ਸਿਹਤ ਵੀ ਕਾਇਮ ਕਹਿੰਦੀ। ਪਹਿਲਾਂ ਮੈਂ ਸਾਈਕਲ ਤੇ ਜਾਂਦਾ ਸੀ, ਹੁਣ ਮੈਂ ਪੈਦਲ ਹੀ ਜਾਂਦਾ ਤੇ ਤਕਰੀਬਨ 30-40 ਕਿਲੋਮੀਟਰ ਰੋਜ਼ ਪੈਦਲ ਹੀ ਜਾਈਦਾ। ਅੱਛਾ, ਤੁਸੀਂ ਦੋ ਤੇ ਯਾਦਗਾਰ ਪਲ ਦੱਸੇ ਗਏ। ਇੱਕ ਤੇ ਜਿਹੜਾ ਤੁਸੀਂ ਇੱਕ ਜਿਹੜੀ ਵਿਦੇਸ਼ੀ ਕੁੜੀ ਹੈਗੀ ਉਹਨੂੰ ਬਚਾਇਆ ਸੀ, ਹਾਂਜੀ, ਦੂਜਾ ਇੱਕ ਸਵਿਮਿੰਗ ਪੂਲ ਵਾਲੀ ਘਟਨਾ। ਹਾਂਜੀ, ਹੋਰ ਵੀ ਕੋਈ ਖਾਸ ਜਿਹੜਾ ਯਾਦਗਾਰ ਪਲ ਹੋਵੇ? ਹੋਰ ਯਾਦਗਾਰ ਪਲ ਬਹੁਤ ਸਾਰੇ ਟੂਰਿਸਟ ਨੇ। ਹਾਂਜੀ, ਉਹਨਾਂ ਨੂੰ ਕਈ ਵਾਰੀ ਮੁੰਡੇ ਪਿੱਛਾ ਕਰਨਾ ਸ਼ੁਰੂ ਹੋ ਪੈਂਦੇ ਨੇ। ਉਹਨਾਂ ਨੂੰ ਮੈਂ ਕਈ ਵਾਰੀ ਬਚਾਇਆ, ਬੱਸ ਅੱਡੇ ਤੋਂ ਵੀ, 17 ਸੈਕਟਰ ਵਿੱਚ ਵੀ, ਰਾਕ ਗਾਰਡਨ ਵਿੱਚ ਵੀ। ਇਹ ਕਈ ਘਟਨਾਵਾਂ ਜਿਹੜੀ ਬਹੁਤ ਵਿਸਥਾਰ 'ਚ ਨੇ। ਅੱਛਾ, ਹਾਂਜੀ, ਕਿਤੇ ਨਾ ਕਿਤੇ ਤੁਸੀਂ ਜਿਹੜਾ ਕੋਈ ਵਿਦੇਸ਼ੀ ਸੈਲਾਨੀ ਔਕੜ ਉਹਨੂੰ ਤੁਸੀਂ ਦੂਰ ਕਰਦੇ, ਉਹਨੂੰ ਰਾਹਤ ਮਿਲ ਜਾਂਦੀ ਜਦੋਂ ਰਾਤ ਨੂੰ? ਜੇ ਕਿਸੇ ਨੂੰ ਇੱਕ ਵਾਰੀ ਇੱਕ ਵਿਦੇਸ਼ੀ ਸੈਲਾਨਣ ਨੂੰ ਉਸ ਵਕਤ ਇਹ ਜਿਹੜੇ ਨਮਕ ਪੰਡਾਲ ਜਿਹੜੀ ਮੱਖੀ ਵੱਢਣ ਵਾਲੀ ਹੈ, ਤੰਬੂੜੀ, ਜਿਹਨੂੰ ਅਸੀਂ ਤੰਬੂੜੀ ਕਹਿੰਦੇ ਹਾਂ, ਪ੍ਰਿੰਡ ਵੀ ਪ੍ਰਿੰਡ ਵੀ। ਇੱਕ ਵਾਰੀ ਇੱਕ ਵਿਦੇਸ਼ੀ ਸੈਲਾਨਣ ਹਾਲੈਂਡ ਤੋਂ ਆਈ ਸੀ, ਉਹਨੂੰ ਤੰਬੂੜ ਲੜ ਗਏ ਰਾਕ ਗਾਰਡਨ 'ਚ। ਅੱਛਾ, ਉਹ ਉਹਨੂੰ ਕਹੀ ਤੂੰ ਆਪਣਾ ਹੱਥ ਹੀ ਕੱਟ ਦੇ। ਮੈਂ ਉਹ ਹੱਥ ਕਿੱਦਾਂ ਕੱਟਣਾ ਹੈਗਾ? ਉਹਨੂੰ ਮੈਂ ਫਟਾਫਟ ਡਾਕਟਰ ਕੋਲ ਲੈ ਕੇ ਆ MLA ਹੋਸਟਲ 'ਚ। ਉੱਥੇ ਜਾ ਕੇ ਉਹਨੂੰ ਦਵਾਈ ਦਿਲਾਈ, ਠੀਕ ਕੀਤਾ, ਉਹਨੂੰ ਪੱਟੀ ਵਗੈਰਾ ਕੀਤੀ। ਉਹ ਜਿਹੜਾ ਉਹਨੂੰ ਤੰਬੂੜ ਵੱਟਿਆ ਸੀ ਉਹ ਆਰਾਮ ਆ ਗਿਆ। ਅੱਛਾ, ਆਰਾਮ ਆ ਗਿਆ। ਤੁਸੀਂ ਲੋੜ ਪੈਣ ਤੇ ਡਾਕਟਰ ਵੀ ਜੇ? ਲੋੜ ਪੈਣ ਡਾਕਟਰ ਕੋਲ ਵੀ ਕਰਦਾ ਜੀ। ਲੋੜ ਪੈਣ ਤੇ ਕੁੱਤਿਆਂ ਤੋਂ ਵੀ ਜ਼ਿਆਦਾ ਅਵਾਰਾ ਕੁੱਤੇ ਨੇ, ਉਹ ਪਿੱਛੇ ਫਾਰਨ ਟੂਰ ਤੇ ਪੈ ਜਾਂਦੇ ਨੇ। ਤੇ ਜਿਹੜੇ ਦੂਜੇ ਕੁੱਤੇ ਹੈਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬਚਾਉਂਦਾ ਪਿਆ ਕਈ ਸਾਰੇ ਲੈ ਰਹੇ। ਅੱਛਾ, ਇਹ ਤੇ ਚਲੋ ਅੱਛੀ ਗੱਲ ਹੈਗੀ ਹੈ ਜੀ। ਦੂਜਾ ਇੱਕ ਹੋਰ ਹੈ ਕਿ ਜਿਹੜੇ ਸੈਲਾਨੀ ਹੈਗੇ ਜਿਹਨਾਂ ਚੰਡੀਗੜ੍ਹ ਪੂਰਾ ਘੁੰਮ ਲਿਆ ਗਿਆ, ਅਗਰ ਕਿਸੇ ਦੀ ਇੱਛਾ ਹੋਵੇ ਕਿ ਪੰਜਾਬ ਘੁੰਮਣਾ ਹੈਗਾ, ਕਿਉਂਕਿ ਪੰਜਾਬ ਵੀ ਬੜਾ ਰਿਚ ਹੈਗਾ ਸਾਡਾ। ਹਾਂਜੀ, ਤੇ ਉੱਥੇ ਵੀ ਲੈ ਕੇ ਚਲੇ ਜਾਂਦੇ? ਉੱਥੇ ਜਾਂਦਾ ਮੈਂ ਕਈ ਵਾਰ ਗੁਰਦੁਆਰਾ ਨਾਢਾ ਸਾਹਿਬ ਵੀ ਲਿਜਾ ਕੇ ਜਾਂਦਾ ਜੀ। ਅੰਮ੍ਰਿਤਸਰ ਵੀ ਕਈ ਵਾਰ ਗੋਲਡਨ ਟੈਂਪਲ ਦੇਖਣਾ ਹੁੰਦਾ, ਉਹਨਾਂ ਨੂੰ ਲਿਜਾ ਕੇ ਜਾਂਦਾ। ਕੋਈ ਟੂਰਿਸਟ ਉਹਨਾਂ ਨੂੰ ਬਕਾਇਦਾ ਆਰਟੀਕਲ ਲਿਖਣਾ ਗੋਲਡਨ ਟੈਂਪਲ ਬਾਰੇ, ਜਾਂ ਉੱਥੇ ਜਿਹੜੇ ਟੂਰਿਸਟ ਗੁਰੂ ਰਾਮਦਾਸ ਸਰਾਂ ਠਹਿਰਦੇ ਨੇ, ਬਿਲਕੁਲ ਜੀ, ਉਹਨਾਂ ਨੇ 3-4 ਕਮਰੇ ਉਹਨਾਂ ਬਾਰੇ। ਇੱਕ ਹਾਲੈਂਡ ਦੀ ਟੂਰਿਸਟ ਆਈ ਸੀ, ਉਹਨੇ ਉੱਥੇ ਰਹਿ ਕੇ ਉਹ ਦੇਖਣਾ ਸੀ। ਫਿਰ ਮੈਂ ਉਹਨੂੰ ਨਾਲ ਲੈ ਕੇ ਗਿਆ ਸੀ ਉੱਥੇ। ਉਹ ਗੁਰੂ ਰਾਮਦਾਸ ਸਰਾਂ 'ਚ ਉਹਨੇ ਸਾਰਾ ਦੇਖਿਆ। ਫਿਰ ਮੈਂ ਉਹਨਾਂ ਨੂੰ ਬਾਬਾ ਦੀਪ ਸਿੰਘ ਸਰਾਂ ਸੀ ਜਿਹੜੀ ਨਵੀਂ ਬਣੀ ਹੈ, ਉੱਥੇ ਉਹਨੂੰ ਕਮਰਾ ਲੈ ਕੇ ਦਿੱਤਾ। ਬੜੀ ਪ੍ਰਭਾਵਿਤ ਹੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਨੇ ਸਾਫ ਸੁਥਰੇ ਕਮਰੇ ਬਣਾਏ ਨੇ। ਇਸ ਤਰ੍ਹਾਂ ਉਹਨੂੰ ਮੈਂ ਇਨਫੋਰਮੇਸ਼ਨ ਸੈਂਟਰ ਹੈ ਗੋਲਡਨ ਟੈਂਪਲ ਦਾ, ਉਹ ਵੀ ਦਿਖਾਇਆ। ਉਹ ਬੜੀ ਪ੍ਰਭਾਵਿਤ ਹੋਈ ਵੀ ਜਿਹੜੀ ਇਹ ਗੋਲਡਨ ਟੈਂਪਲ ਇਨਫੋਰਮੇਸ਼ਨ ਸੈਂਟਰ ਹੈ, ਇੱਥੇ ਚੰਗੇ ਨਾਲ ਕਲੀਨ ਬਾਥਰੂਮ ਵੀ ਲੱਗਿਆ ਹੈ, ਔਰ ਇੱਥੇ ਸਿੱਖ ਧਰਮ ਬਾਰੇ ਲਿਟਰੇਚਰ ਬੜਾ ਸੋਹਣਾ ਆਰਟ ਪੇਪਰ 'ਤੇ ਛਪਿਆ। ਉਹ ਬਹੁਤ ਪ੍ਰਭਾਵਿਤ ਹੋਈ। ਤੁਹਾਡਾ ਵੀ ਕਦੀ ਵਿਦੇਸ਼ ਘੁੰਮਣ ਨੂੰ ਦਿਲ ਕੀਤਾ ਹੈਗਾ ਜੀ? ਉਹ ਮੈਨੂੰ ਸਾਰੇ ਫਾਰਨ ਟੂਰਸ ਇੱਥੇ ਹੀ ਮਿਲ ਜਾਂਦੇ ਨੇ। ਮੈਨੂੰ ਇੱਥੇ ਮਿਲ ਜਾਂਦੇ ਨੇ, ਮੈਂ ਇੱਥੇ ਹੀ ਉਹਨਾਂ ਨੂੰ ਬੜਾ ਖੁਸ਼ ਹੈਗਾ ਜੀ। ਅੱਛਾ, ਇਸ ਤੋਂ ਇਲਾਵਾ ਕਿ ਤੁਸੀਂ ਹੋਰ ਵੀ ਬੜੇ ਕਾਰਜ ਕਰਦੇ ਹੈਗੇ ਜੀ। ਕਾਫੀ ਮੈਂ ਤੁਹਾਡੇ ਬਾਰੇ ਪੜ੍ਹਿਆ ਸੁਣਿਆ ਹੈਗਾ ਕਿ ਚੰਡੀਗੜ੍ਹ ਜਿਹੜੇ ਪੰਜਾਬੀ ਨੂੰ ਲੈ ਕੇ ਤੁਸੀਂ ਉਹਦੇ ਬਹੁਤ ਬੜੇ ਹਮਾਇਤੀ ਸਮੇਂ ਤੇ ਉਹਦਾ ਬਹੁਤ ਹਮਾਇਤੀ ਹਾਂ ਮੈਂ। ਉਸ ਵਾਸਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ, ਅਖਬਾਰਾਂ ਰਾਹੀਂ ਵੀ, ਭਾਰਤ ਸਰਕਾਰ ਦੇ ਮੰਤਰੀਆਂ ਨੂੰ ਵੀ, ਜਦ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਅਧੀਨ ਹੈ।
ਬਿਲਕੁਲ ਜੀ। ਭਾਰਤ ਸਰਕਾਰ ਦਾ ਪਬਲਿਸਿਟੀ ਵਿਭਾਗ, ਹੋਰ ਮਹਿਕਮੇ, ਹੋਰ ਬੋਰਡ ਪੰਜਾਬੀ ਵਿੱਚ ਇੰਨੇ ਸੋਹਣੇ ਆਰਟ ਪੇਪਰ ਤੇ ਪੋਸਟਰ ਵੀ ਛਾਪਦੇ ਨੇ, ਕਿਤਾਬਚੇ ਵੀ ਛਾਪਦੇ ਨੇ, ਬਿਲਕੁਲ ਜੀ। ਤੇ ਇਹਨਾਂ ਨੂੰ ਵੀ ਜ਼ਰੂਰ ਛਾਪਣਾ ਚਾਹੀਦਾ। ਭਾਰਤ ਸਰਕਾਰ ਦੀ ਪਾਲਿਸੀ ਅਨੁਸਾਰ ਇਹਨਾਂ ਨੂੰ ਵੀ ਅੱਛੇ ਕਿਤਾਬਾਂ ਔਰ ਅੱਛੇ ਬਰਾਊਚਰ ਪੰਜਾਬੀ 'ਚ ਛਾਪਣੇ ਚਾਹੀਦੇ ਨੇ। ਪ੍ਰੈਸ ਨੋਟ ਹੁਣ ਉਹ ਥੋੜ੍ਹਾ ਬਹੁਤਾ ਕੁ ਕਰ ਰਹੇ ਨੇ, ਬਿਲਕੁਲ ਪਰ ਇੰਨਾ ਨਹੀਂ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਜਿਸ ਤਰ੍ਹਾਂ ਹਰਿਆਣੇ ਵਿੱਚ ਮਿਨਾਰਟੀ ਕਮਿਸ਼ਨ ਬਣ ਗਿਆ, ਹਾਂਜੀ। ਪੰਜਾਬੀ ਅਕੈਡਮੀ ਬਣ ਗਈ ਹੈ, ਇਸ ਵਾਸਤੇ ਮੈਂ ਹਿਮਾਚਲ ਦੇ ਪਹਿਲੇ ਚੀਫ ਮਿਨਿਸਟਰ ਨੂੰ ਵੀ ਤੇ ਹੁਣ ਦੇ ਵੀ ਚੀਫ ਮਿਨਿਸਟਰ ਨੂੰ, ਜਦੋਂ ਉਹ ਚੰਡੀਗੜ੍ਹ ਆਉਂਦੇ ਨੇ, ਮੈਂ ਉਹਨਾਂ ਨੂੰ ਚਿੱਠੀ ਪੱਤਰ ਦੇ ਕੇ ਆਇਆ ਵੀ ਜਦ ਮਿਨਾਰਟੀ ਕਮਿਸ਼ਨ ਹਰਿਆਣੇ 'ਚ ਬਣ ਚੁੱਕਿਆ ਹੈ, ਪੰਜਾਬੀ ਅਕੈਡਮੀ ਬਣ ਚੁੱਕੀ ਹੈ, ਇਸ ਤਰ੍ਹਾਂ ਹਿਮਾਚਲ 'ਚ ਪੰਜਾਬੀ ਅਕੈਡਮੀ, ਕਿਉਂਕਿ ਹਿਮਾਚਲ 'ਚ ਮੋਰ ਦੈਨ 30% ਪਾਪੂਲੇਸ਼ਨ ਜਿਹੜੀ ਹੈ ਉਹ ਪੰਜਾਬੀ ਬੋਲਦੇ ਨੇ, ਹਰਿਆਣਾ 'ਚ ਬੋਲਦੇ ਨੇ। ਇਹ ਜ਼ਰੂਰ ਹੋਣੀ ਚਾਹੀਦੀ ਹੈ, ਮਿਨਾਰਟੀ ਕਮਿਸ਼ਨ ਬਣਨਾ ਚਾਹੀਦਾ ਹੈ, ਨਾਲ ਹੀ ਪੰਜਾਬੀ ਅਕੈਡਮੀ ਬਣਨੀ ਚਾਹੀਦੀ ਹੈ। ਨਹੀਂ, ਉਹ ਤਾਂ ਬਹੁਤ ਜ਼ਰੂਰੀ ਹੈ। ਹਾਲਾਂਕਿ ਦੋਨੇ ਜਿਹੜੇ ਚੰਡੀਗੜ੍ਹ ਵੀ ਪੰਜਾਬ ਦੀ ਧਰਤੀ ਤੇ ਵਸਿਆ, ਹਿਮਾਚਲ ਹਰਿਆਣਾ ਦੇ ਸਾਡੇ ਅੰਗ ਹੀ ਨੇ। ਇਹ ਮੁੱਖ ਮੰਤਰੀ ਪੰਜਾਬ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਸੀ। ਪਹਿਲਾਂ ਹਿਮਾਚਲ 'ਚ ਉਹਨਾਂ ਦੇ ਭਾਈਵਾਲ ਹੀ ਸਨ, ਭਾਰਤੀ ਜਨਤਾ ਪਾਰਟੀ ਕਾਂਗਰਸ, ਉਹਨਾਂ ਨੂੰ ਜ਼ੋਰ, ਪ੍ਰੋਫੈਸਰ ਧੂਮਲ ਸਾਹਿਬ ਨੂੰ ਜੋ ਹੈਗੇ ਉਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ ਸੀ, ਪਰ ਉਹਨਾਂ ਨਹੀਂ ਲਾਇਆ। ਇਸ ਤਰ੍ਹਾਂ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਵੀ ਚਾਹੀਦਾ ਸੀ ਵੀ ਜਿਸ ਤਰ੍ਹਾਂ ਨਾਲਾਗੜ੍ਹ ਤੋਂ ਇੱਕ ਸਿੱਖ MLA ਕਾਮਯਾਬ ਹੋਇਆ ਸੀ, ਉਸ ਤੋਂ ਬਾਅਦ ਉਹ ਸਾਰੀਆਂ ਸਟੇਟਾਂ 'ਚ ਇਹ ਕਹਿੰਦੇ ਬਈ ਉੱਥੋਂ ਦੇ ਮੰਤਰੀ ਲਏ ਜਾਣ, ਸਿੱਖ ਮੰਤਰੀ ਲਿਆ ਜਾਏ, ਬਹੁਤ ਜ਼ਰੂਰੀ ਹੈਗਾ, ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਉਹਦੀ ਮਮਤਾ ਬੈਨਰਜੀ ਦੀ ਭਰਪੂਰ ਪ੍ਰਸ਼ੰਸਾ ਕਰਦਾ, ਜਿਸ ਨੇ ਆਪਣੀ ਕੈਬਨਿਟ 'ਚ ਸਰਦਾਰ ਲਛਪਾਲ ਸਿੰਘ ਨੂੰ ਬਤੌਰ ਕੈਬਨਿਟ ਮਿਨਿਸਟਰ ਲਿਆ। ਇਸ ਤਰ੍ਹਾਂ ਬਾਕੀ ਸਟੇਟਾਂ ਦੇ ਵੀ ਸਾਰਿਆਂ ਨੂੰ ਚਾਹੀਦਾ ਹੈ। ਅੱਛਾ ਨਰਿੰਦਰ ਸਿੰਘ, ਇੱਕ ਹੋਰ ਤੁਸੀਂ ਬੜਾ ਵਧੀਆ ਕੰਮ ਕੀਤਾ, ਇਤਿਹਾਸ 'ਚ ਦਰਜ ਹੈਗੇ, ਉਹ ਪੰਨੇ ਦਰਜ ਹੈਗੇ ਨੇ ਜਿਹੜੇ ਤੁਸੀਂ ਕੰਮ ਕੀਤਾ ਹੈਗਾ। ਜਿਹੜੇ ਬਾਬਾ ਖੜਕ ਸਿੰਘ ਫਰੀਡਮ ਫਾਈਟਰ ਨੇ ਸਾਡੇ ਰਹੇ ਜੀ, ਜਿਨ੍ਹਾਂ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ, ਗਿਆਨੀ ਜੈਲ ਸਿੰਘ, ਪ੍ਰਤਾਪ ਸਿੰਘ ਕੈਰੋਂ, ਤੁਸੀਂ ਇਹਨਾਂ ਦੇ ਨਾਮ ਤੇ ਜਿਹੜੇ ਟਿਕਟਾਂ ਰਿਲੀਜ਼ ਕਰਵਾਈਆਂ ਹੈਗੀਆਂ ਸਰਕਾਰਾਂ ਨੂੰ ਮਿਲ ਕੇ, ਗੌਰਮੈਂਟ ਆਫ ਇੰਡੀਆ ਨੂੰ ਮਿਲ ਕੇ ਹੈਗੇ, ਇਹ ਤੁਹਾਡੇ ਮਨ 'ਚ ਖਿਆਲ ਇਹ ਹੈ ਕਿ ਇਹ ਲੋਕਾਂ ਦੀ ਵਾਕਈ ਪ੍ਰਾਪਤੀ ਹੈਗੀ ਸੀ? ਇਹਨਾਂ ਦੀ ਕੁਝ ਯਾਦਗਾਰ ਇਹਨਾਂ ਬਾਬਾ ਖੜਕ ਸਿੰਘ ਦੀ ਤੇ ਇੰਨੀ ਪ੍ਰਾਪਤੀ ਹੈ, ਅੰਗਰੇਜ਼ਾਂ ਦੇ ਵਕਤ ਅੰਗਰੇਜ਼ਾਂ ਨੇ ਇੱਕ ਬੈਨ ਲਾਤਾ ਸੀ ਵੀ ਜੋ ਸਿਆਸੀ ਕੈਦੀ ਹੈ ਉਹ ਨਾ ਕਾਲੀ ਪਗੜੀ ਪਹਿਨ ਸਕਦਾ ਹੈ ਤੇ ਨਾ ਗਾਂਧੀ ਟੋਪੀ ਪਾ ਸਕਦਾ ਹੈ। ਅੰਗਰੇਜ਼ਾਂ ਨੇ ਪਹਿਲਾਂ ਤਾਂ ਕਾਲੀ ਪਗੜੀ ਦਾ ਬਾਬਾ ਖੜਕ ਸਿੰਘ ਨੇ ਭੁੱਖ ਹੜਤਾਲ ਕਰਤੀ। ਸਿਰਫ ਕਛਹਿਰੇ ਵਿੱਚ ਇੰਨੀ ਵੱਡੀ ਉਸ ਵਕਤ ਮੀਆਂ ਵਾਲੀ ਜੇਲ੍ਹ ਸੀ, ਜਿਹੜੀ ਇੱਥੇ ਇੰਨੀ ਸਰਦੀ ਪੈਂਦੀ ਸੀ, ਉਹਨਾਂ ਨੇ ਭੁੱਖ ਸਿਰਫ ਕਛਹਿਰੇ ਨਾਲ 4 ਦਿਨ ਰਹੇ। ਫਿਰ ਅੰਗਰੇਜ਼ਾਂ ਨੇ ਬੜੀ ਚਲਾਕੀ ਕੀਤੀ, ਉਸ ਵਕਤ ਕਾਲੀ ਟੋਪੀ ਤੇ ਨਾ ਕਾਲੀ ਪਗੜੀ ਦੇ ਬੈਨ ਤਾਂ ਹਟਾਤਾ, ਪਰ ਗਾਂਧੀ ਟੋਪੀ ਉਹ ਗਿਆਨੀ ਆਪਣਾ ਬਾਬਾ ਖੜਕ ਸਿੰਘ ਨੇ ਕਿਹਾ ਵੀ ਜਦ ਤੱਕ ਗਾਂਧੀ ਟੋਪੀ ਦੇ ਬੈਨ ਨਹੀਂ ਹਟਾਇਆ ਜਾਂਦਾ ਮੈਂ ਭੁੱਖ ਹੜਤਾਲ। ਫਿਰ ਉਹਨਾਂ ਨੇ ਗਾਂਧੀ ਟੋਪੀ ਦੇ ਬੈਨ ਹਟਾਇਆ। 40 ਦਿਨ ਭੁੱਖ ਹੜਤਾਲ 'ਚ ਰਹਿਣਾ, ਔਰ ਉਹ ਵੀ ਇੱਕ ਕਛਹਿਰੇ ਨਾਲ, ਇੱਕ ਬੜੀ ਭਾਰੀ ਮਾਣ ਵੱਡੀ ਦੇਣ ਸੀ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ। ਬਾਬਾ ਖੜਕ ਸਿੰਘ ਅੰਗਰੇਜ਼ਾਂ ਦੇ ਜ਼ਮਾਨੇ 'ਚ ਤਹਿਸੀਲਦਾਰ ਹੋਏ ਸਨ। ਉਹਨਾਂ ਨੇ ਤਹਿਸੀਲਦਾਰ ਦੀ ਨੌਕਰੀ ਛੱਡ ਕੇ ਇਸ ਪੰਥ ਸੇਵਾ ਵੱਲ, ਦੇਸ਼ ਭਗਤੀ ਵੱਲ ਆਏ। ਉਹਦੀ ਯਾਦਗਾਰ ਟਿਕਟ ਬਣਨੀ ਚਾਹੀਦੀ ਸੀ। ਮੈਂ ਉਸ ਵਕਤ ਦੇ ਪ੍ਰੈਜ਼ੀਡੈਂਟ R ਵੈਂਕਟ ਰਾਮ ਨੂੰ ਉਹਨਾਂ ਨੇ ਬੜੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਤੁਸੀਂ ਅੱਛਾ ਚੰਗਾ ਸੁਝਾਅ ਹੈ, 1 ਮਹੀਨੇ ਬਾਅਦ ਉਹਨਾਂ ਦੀ ਡਾਕ ਟਿਕਟ ਰਿਲੀਜ਼ ਹੋਊਗੀ। ਇਹ ਵੀ ਤੁਹਾਡਾ ਉਪਰਾਲਾ ਜੀ ਹੈ ਨਾ। ਇਸ ਤੋਂ ਇਲਾਵਾ ਸਾਡਾ ਜਿਹੜੇ ਮਾਨ ਹੀਰੋ ਨੇ, ਹਾਕੀ ਦਾ ਕਪਤਾਨ ਸੁਰਜੀਤ ਸਿੰਘ ਸੀ, ਓਲੰਪੀਅਨ, ਉਹ ਬੜਾ ਅੱਛਾ ਫੁੱਲ ਬੈਕ, ਬਦਕਿਸਮਤੀ ਨਾਲ ਉਸ ਦੀ ਡੈਥ ਹੋ ਗਈ ਐਕਸੀਡੈਂਟ 'ਚ। ਮੈਂ ਉਹਦੀ ਪੂਰੀ ਕੋਸ਼ਿਸ਼ ਕਰਕੇ ਭਾਰਤ ਸਰਕਾਰ ਨਾਲ ਮਿਲ ਕੇ ਉਸ ਦਾ ਜਨਮ ਪਿੰਡ ਦਾਖਲਾ ਤੋਂ ਸੁਰਜੀਤ ਸਿੰਘ ਵਾਲਾ ਰਖਵਾਇਆ, ਤਾਂ ਜੇ ਨਵੀਂ ਪਨੀਰੀ ਨੂੰ ਪਤਾ ਲੱਗੇ ਵੀ ਇਸ ਪਿੰਡ ਵਿੱਚ ਸਾਡਾ ਦੇਸ਼ ਦਾ ਹੀਰੋ ਰਹਿੰਦਾ। ਅੱਛਾ, ਇੱਕ ਹੋਰ ਤੁਹਾਡੀ ਹੈਗੀ ਕਿ ਜਿਹੜੇ ਸਾਡੇ ਬੜੇ ਭਗਤ ਸੀ, ਸੰਪੂਰਨ ਭਗਤ ਸੀ, ਜਿਹਨੇ ਲੋਕ ਸੇਵਾ ਕੀਤੀ ਸਾਰੀ ਉਮਰ, ਆਪ ਨੰਗੇ ਰਹਿ ਕੇ, ਭੁੱਖੇ ਰਹਿ ਗਏ, ਭਗਤ ਸਿੰਘ ਉਹਨਾਂ ਨੂੰ, ਭਗਤ ਪੂਰਨ ਸਿੰਘ ਉਹਨਾਂ ਨੂੰ, ਇਹਨਾਂ ਨੂੰ ਵੀ ਉਹਨਾਂ ਨੂੰ ਮਿਲਣਾ, ਇਹਨਾਂ ਨੂੰ ਭਾਰਤ ਰਤਨ, ਇਹਨਾਂ ਦੀ ਸੇਵਾ ਜਿਹੜੀ ਹੈ, ਸੇਵਾ ਕੀ ਨਿਸ਼ਕਾਮ ਸੇਵਾ ਹੈ। ਬਿਲਕੁਲ। ਅੱਜ ਕੱਲ੍ਹ ਕੋਈ ਨਰਸਾਂ ਵੀ, ਡਾਕਟਰ ਵੀ ਕਿਸੇ ਲੂਲੇ ਲੰਗੜੇ ਨੂੰ ਪੱਟੀ ਕਰਨ ਤੋਂ ਗੁਰੇਜ਼ ਕਰਦੇ ਨੇ। ਬਿਲਕੁਲ। ਉਹ ਅਗਲੇ ਨੂੰ ਕਹਿੰਦੇ, ਉਧਰ ਕਹਿੰਦੇ, ਜਿਹੜਾ ਭਗਤ ਪੂਰਨ ਸਿੰਘ ਆਪਣੇ ਮੋਢਿਆਂ ਤੇ ਚੱਕ ਕੇ ਇੱਕ ਲੂਲੇ ਲੰਗੜੇ, ਜਿਹਦਾ ਕੋਈ ਮਲ ਮੂਤਰ ਸਾਫ਼ ਕਰਨ ਨੂੰ ਤਿਆਰ ਨਹੀਂ ਸੀ, ਉਹਦੇ ਘਰ ਵਾਲਿਆਂ ਨੇ ਛੱਡਤਾ ਸੀ, ਉਹਨੂੰ ਆਪਣੇ ਪਿੱਛੇ ਚੜ੍ਹ ਕੇ ਸਾਰੀ ਉਮਰ ਉਹਦੀ ਸੇਵਾ ਕਰਦੇ ਰਹੇ।
ਭਗਤ ਪੂਰਨ ਸਿੰਘ ਦੀ ਇੰਨੀ ਵੱਡੀ ਦੇਣ ਹੈ, ਕੋਈ ਸਾਰਾ ਸੰਸਾਰ ਵੀ ਉਹਨੂੰ ਨਹੀਂ ਭੁਲਾ ਸਕਦਾ। ਤੋ ਮੈਂ ਭਾਰਤ ਸਰਕਾਰ ਨੂੰ, ਪ੍ਰੈਜ਼ੀਡੈਂਟ ਨੂੰ ਹੁਣੇ ਚਿੱਠੀ ਲਿਖੀ ਹੈ ਵੀ ਉਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ ਮਰਨ ਉਪਰੰਤ, ਤਾਂ ਜੇ ਸਾਡੀ ਅਗਲੀ ਪਨੀਰੀ ਹੈ ਉਹ ਯਾਦ ਰੱਖਣ ਵੀ ਇਹ ਭਗਤ ਪੂਰਨ ਸਿੰਘ ਵਰਗਾ ਇੰਨਾ ਨਿਸ਼ਕਾਮ ਸੇਵਾ ਕਰਦਾ ਰਹੇ। ਤੁਸੀਂ ਇਹ ਵੀ ਕਿ ਜਿਹੜੀ ਹੁਣ ਕੋਈ 40 ਤੋਂ ਵੱਧ ਲੋਕਾਂ ਦੀ ਸੂਚੀ ਆਈ ਹੈ ਕਿ ਭਾਰਤ ਰਤਨ ਇਸ ਵਕਤ 43 ਤੋਂ ਵੱਧ ਬਿਲਕੁਲ ਭਾਰਤ ਰਤਨ ਅਵਾਰਡ ਮਿਲ ਚੁੱਕੇ ਨੇ। ਉਹਨਾਂ ਵਿੱਚ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਹਰ ਸੰਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਪਰ ਇੱਕ ਵੀ ਕਿਸੇ ਸਿੱਖ ਨੂੰ ਅਜੇ ਤੱਕ ਵੀ ਭਾਰਤ ਰਤਨ ਨਹੀਂ ਮਿਲਿਆ। ਔਰ ਬੜੀ ਅਫਸੋਸ ਦੀ ਗੱਲ ਹੈ ਵੀ ਇਸ ਬਾਰੇ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ। ਬਿਲਕੁਲ ਸਿੱਖ ਨੇ ਲੀਡਰ ਨੇ ਸਾਰੇ ਕੋਈ ਧਿਆਨ ਦੇਣਾ ਚਾਹੀਦਾ ਸੀ। ਮਿਲਖਾ ਸਿੰਘ ਦੀ ਜੋ ਪ੍ਰਾਪਤੀ ਹੈ ਫਲਾਇੰਗ ਸਿੱਖ ਦੀ, ਉਸਨੇ ਵਰਲਡ ਓਲੰਪਿਕ ਰਿਕਾਰਡ ਤੋੜਿਆ, ਜੋ ਉਸ ਔਰ ਨੰਗੇ ਪੈਰੀ ਉਹ ਦੌੜਦਾ ਰਿਹਾ। ਉਸ ਦੀ ਜੀਵਨ ਇੱਕ ਸੰਘਰਸ਼ ਹੈ, ਉਹਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਔਰ ਉਹਦੀ ਜੋ ਜੀਵਨੀ ਹੈ ਉਹ ਸਕੂਲਾਂ ਦੇ ਬੱਚਿਆਂ ਨੂੰ ਦੱਸੀ ਜਾਣੀ ਚਾਹੀਦੀ ਹੈ, ਸਾਰੀ ਸਟੇਟਾਂ ਵਿੱਚ, ਨਾ ਸਿਰਫ ਪੰਜਾਬ ਵਿੱਚ। ਬਈ ਉਸ ਦੀ ਜੀਵਨੀ 'ਚ ਉਹ ਕਿਸ ਤਰ੍ਹਾਂ ਉਹਨੇ ਸਾਰੀਆਂ ਦੁਸ਼ਵਾਰੀਆਂ ਨੰਗੇ ਪੈਰੀ ਦੌੜ ਕੇ ਇਹਨਾਂ ਵਰਲਡ ਰਿਕਾਰਡ ਤੋੜਨਾ, ਔਰ ਪਹਿਲੀ ਵਾਰੀ ਕਾਮਨਵੈਲਥ ਗੇਮ ਵਿੱਚ ਗੋਲਡ ਮੈਡਲ ਜਿੱਦਾਂ ਭਾਰਤ ਨੇ ਜਿੱਤਿਆ ਨਹੀਂ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਵਕਤ ਉਹਦੀ ਇੰਨੀ ਪ੍ਰਸ਼ੰਸਾ ਕੀਤੀ ਵੀ ਜਦੋਂ ਉਹਨੂੰ ਪਤਾ ਲੱਗਿਆ ਬਈ ਮੈਸੇਜ ਆਇਆ ਬਈ ਮਿਲਖਾ ਸਿੰਘ ਬਾਹਰ 'ਚ ਹੈ, ਪੰਡਿਤ ਨਹਿਰੂ ਉਸ ਵੇਲੇ ਉੱਠ ਕੇ ਆਪਣੀ ਸੀਟ 'ਤੇ ਤਾੜੀਆਂ ਮਾਰਨ ਲੱਗ ਪਿਆ। ਔਰ ਉਸ ਵਕਤ ਉਹਨੇ ਉਸ ਵਕਤ ਦੀ ਜਿਹੜੀ ਹਾਈ ਕਮਿਸ਼ਨਰ ਸੀ, ਇੰਡੀਆ ਦੀ ਹਾਈ ਕਮਿਸ਼ਨਰ, ਉਹਦੀ ਭੈਣ, ਉਹਨੂੰ ਸਪੈਸ਼ਲ ਮੈਸੇਜ ਦਿੱਤਾ ਬਈ ਮਿਲਖਾ ਸਿੰਘ ਕੋਲ ਜਾਓ, ਮੇਰੇ ਵੱਲੋਂ ਕੰਗ੍ਰੈਚੁਲੇਸ਼ਨ ਮੈਸੇਜ ਦਿਓ। ਜੋ ਮਿਲਖਾ ਸਿੰਘ ਚਾਹੁੰਦਾ, ਜੋ ਉਹਨੂੰ ਕੋਈ ਜ਼ਮੀਨ ਚਾਹੀਦੀ ਹੈ, ਜੋ ਵਿੱਤੀ ਇਨਾਮ ਚਾਹੀਦਾ, ਉਹ ਭਾਰਤ ਸਰਕਾਰ ਔਰ ਮੈਂ ਦੇਣ ਨੂੰ ਤਿਆਰ ਹਾਂ। ਪਰ ਉਸ ਵੇਲੇ ਮਿਲਖਾ ਸਿੰਘ ਨੇ ਕੋਈ ਵਿੱਤੀ ਮਦਦ ਨਹੀਂ ਮੰਗੀ, ਸਿਰਫ ਇੰਨਾ ਕਿਹਾ ਵੀ ਇੱਕ ਦਿਨ ਦੀ ਛੁੱਟੀ ਕਰਤੀ ਹੈ। ਔਰ ਉਹ ਛੁੱਟੀ ਵੀ ਕਰਤੀ ਗਈ। ਅਤੇ ਜਦ ਮਿਲਖਾ ਸਿੰਘ ਲੰਡਨ ਤੋਂ ਵਾਪਸ ਆਇਆ, ਉਸ ਵਕਤ ਪੰਡਿਤ ਜਵਾਹਰ ਲਾਲ ਜੀ ਆਪ ਉਹਨੂੰ ਉਸ ਵਕਤ ਪਾਲਮ ਏਅਰਪੋਰਟ, ਹੁਣ ਇੰਦਰਾ ਗਾਂਧੀ ਉਹਨੂੰ ਇੰਟਰਨੈਸ਼ਨਲ ਪੋਰਟ 'ਤੇ ਕਹਿੰਦੇ ਨੇ, ਰਿਸੀਵ ਕਰਨ ਲੱਗੇ। ਅੱਛਾ, ਜਾਂਦੇ ਆਪਣੇ ਕੋਲ ਸਮਾਂ ਬੜੇ ਘੱਟ ਰਹਿ ਗਿਆ ਜੀ। ਤੁਸੀਂ ਜ਼ਿਆਦਾ ਤਾਂ ਜਿਹੜਾ ਮੇਨ ਇਹ ਵੀ ਬੜੇ ਕਾਰਜ ਕੀਤੇ ਨੇ, ਹਮੇਸ਼ਾ ਇਤਿਹਾਸ ਯਾਦ ਰੱਖੇਗਾ ਜੀ ਤੁਹਾਡੇ ਕੰਮਾਂ ਨੂੰ ਵੀ। ਜਾਂਦੇ ਸਾਡੇ ਜਿੰਨੇ ਵੀ ਦੇਸ਼ ਵਾਸੀ ਹੈਗੇ, ਜਿਹੜੇ ਟੂਰਿਸਟ ਸੈਲਾਨੀਆਂ ਦੇ ਬਾਹਰਲੇ ਦੇਸ਼ਾਂ ਤੋਂ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਜੀ? ਮੈਂ ਟੂਰਿਸਟ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਡੇ ਦੇਸ਼ ਵਾਸੀਆਂ ਨੂੰ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ। ਉਹ ਸਾਡੇ ਮਹਿਮਾਨ ਨੇ, ਉਹਨਾਂ ਨੂੰ ਜੀ ਆਇਆਂ ਕਹੋ, ਔਰ ਉਹਨਾਂ ਨੂੰ ਜਿਹੜੇ ਲੁੱਟਣ ਵਾਲੇ ਅਨਸਰ ਨੇ ਉਹਨਾਂ ਨੂੰ ਬਚਾਇਆ ਜਾਵੇ, ਤਾਂ ਜੋ ਸਾਡਾ ਦੇਸ਼ ਦਾ ਉਹ ਚੰਗਾ ਪ੍ਰਭਾਵ ਲੈ ਕੇ ਜਾਣ। ਠੀਕ ਹੈ ਨਰਿੰਦਰ ਸਿੰਘ, ਸਾਡੇ ਤੁਸੀਂ ਸਟੂਡੀਓ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਤਰ੍ਹਾਂ ਹੀ ਕੰਮ ਕਰਦੇ ਰਹੋ, ਤੁਹਾਡੇ ਵਰਗੇ ਲੋਕਾਂ ਦੇ ਜਿਹੜਾ ਦੇਸ਼ ਦਾ ਜਿਹੜਾ ਮਾਣ ਸਨਮਾਨ ਬਰਕਰਾਰ ਹੈ ਜੀ। ਇੱਕ ਵਾਰ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਵਿਦੇਸ਼ੀ ਮਹਿਮਾਨਾਂ ਦੀ ਪੂਰੀ ਆਓ ਭਗਤ ਕੀਤੀ ਜਾਵੇ। ਉਹਨਾਂ ਨਾਲ ਜੇ ਕੋਈ ਬਦਤਮੀਜ਼ੀ ਜਾਂ ਫਿਰ ਠੱਗੀ ਮਾਰਦਾ ਤਾਂ ਸਾਡੇ ਸਾਰਿਆਂ ਲਈ ਬਦਨਾਮੀ ਹੈ। ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਾਨੂੰ ਸਾਰਿਆਂ ਨੂੰ ਡਟ ਕੇ ਖਲੋਣਾ ਚਾਹੀਦਾ ਅਤੇ ਨਰਿੰਦਰ ਸਿੰਘ ਵਰਗੇ ਲੋਕਾਂ ਦਾ ਵੱਧ ਤੋਂ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ, ਕਿਉਂਕਿ ਵਿਦੇਸ਼ੀ ਸੈਲਾਨੀਆਂ ਦੀ ਆਓ ਭਗਤ ਕਰਨੀ ਤੇ ਉਹਨਾਂ ਨੂੰ ਸਹੀ ਜਾਣਕਾਰੀ ਦੇਣੀ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਤੇ ਨਵੀਂ ਹਸਤੀ ਨਾਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।